ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਫਿਰ ਤੋਂ। ਜੇਕਰ ਤੁਸੀਂ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਦੋਸਤਾਂ ਨੂੰ ਸ਼ੇਅਰ ਕਰੋ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੇਵਾ ਜਾਂ ਆਤਮ ਵਿਸ਼ਲੇਸ਼ਣ। ਗੁਰੂ ਦੇ ਸਮਝਾਉਣ ਦੇ ਢੰਗ ਦੀ ਮਹਿਮਾ ਕਿਵੇਂ ਗਾਈ ਜਾ ਸਕਦੀ ਹੈ। ਉਹ ਕਦੇ ਕਿਸੇ ਮਾਧਿਅਮ ਨਾਲ ਕਿਸੇ ਨੂੰ ਕੁਝ ਸਮਝਾ ਜਾਣ, ਕੋਈ ਪਤਾ ਨਹੀਂ। ਉਹਨਾਂ ਦੇ ਪਵਿੱਤਰ ਕਰ ਕਮਲਾਂ ਕਿੱਥੇ ਗਿਆਨ ਧਿਆਨ ਦੀਆਂ ਗਹਿਰਾਈਆਂ ਸਮਝਾ ਜਾਂਦੇ ਹਨ, ਜਾਂ ਕਿਸੇ ਦੂਸਰੇ ਨਾਲ ਤਲਵਾਰ ਹੱਥ 'ਚ ਲੈ ਕੇ ਸਾਨੂੰ ਸੂਰਬੀਰਤਾ ਦਾ ਪਾਠ ਪੜ੍ਹਾਉਂਦੇ ਨਜ਼ਰ ਹੀ ਆਉਂਦੇ ਹਨ। ਉਹਨਾਂ ਦਾ ਹੱਸਣਾ, ਖਾਣਾ ਪੀਣਾ, ਚੱਲਣਾ ਸਭ ਕੁਝ ਕਿਤੇ ਨਾ ਕਿਤੇ ਸਾਡੇ ਕਲਿਆਣ ਹੀ ਨਿਮਿਤ ਹੋਇਆ ਕਰਦਾ ਹੈ। ਇਸੇ ਪ੍ਰਕਾਰ ਇੱਕ ਕਲੰਦਰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਲਾਹੀ ਦਰਬਾਰ ਵਿੱਚ ਤਮਾਸ਼ਾ ਦਿਖਾਉਣ ਦੀ ਜਾਚਨਾ ਲੈ ਕੇ ਹਾਜ਼ਰ ਹੋਇਆ, ਪਰੰਤੂ ਦੁਆਰਪਾਲਾਂ ਨੇ ਉਸਨੂੰ ਇਹ ਸੋਚ ਕੇ ਰੋਕ ਦਿੱਤਾ ਕਿ ਭਲਾ ਗੁਰੂ ਨੂੰ ਰਿੱਛ ਜਿਹੇ ਜੰਗਲੀ ਜਾਨਵਰ ਦੇ ਤਮਾਸ਼ੇ ਨਾਲ ਕੀ ਸਰੋਕਾਰ ਹੋ ਸਕਦਾ ਹੈ, ਕਿਉਂਕਿ ਮਨੋਰੰਜਨ ਤਾਂ ਉਹ ਕਰਨ ਜਿਨ੍ਹਾਂ ਨੂੰ ਮਨ ਦੇ ਰਸ ਚਾਹੀਦੇ ਹਨ। ਭਲਾ ਆਤਮਾ ਪਰਮਾਤਮਾ ਦੇ ਜਾਮ ਪੀਣ ਵਾਲੇ ਗੁਰੂਆਂ ਨੂੰ ਇਹ ਤਮਾਸ਼ਿਆਂ ਦੀ ਕੀ ਦਰਕਾਰ ਹੋ ਸਕਦੀ ਹੈ। ਬੇਸ਼ੱਕ ਬੁੱਧੀ ਨਾਲ ਵਿਚਾਰ ਕਰਨ 'ਤੇ ਦੁਆਰਪਾਲਾਂ ਦੀ ਗੱਲ 16 ਆਨੇ ਸੱਚ ਜਾਪਦੀ ਸੀ, ਪਰੰਤੂ ਗੁਰੂਦੇਵ ਤਾਂ ਲੌਕਿਕ ਤਮਾਸ਼ਿਆਂ ਦੁਆਰਾ ਵੀ ਅਲੌਕਿਕਤਾ ਦੇ ਦਰਸ਼ਨ ਕਰਵਾ ਦਿੰਦੇ ਸਨ। ਇਸ ਲਈ ਗੁਰੂਦੇਵ ਨੇ ਤਾਂ ਇਸ ਤਮਾਸ਼ੇ ਦੁਆਰਾ ਤਮਾਸ਼ਾ ਬਣ ਰਹੀ ਇਸ ਜ਼ਿੰਦਗੀ 'ਚੋਂ ਸੱਚੇ ਰਾਹ ਦੀ ਇੱਕ ਕਿਰਨ ਰੁਸ਼ਨਾਉਣੀ ਸੀ। ਉਹਨਾਂ ਨੇ ਆਪਣੇ ਇੱਕ ਸੇਵਕ ਨੂੰ ਆਦੇਸ਼ ਦਿੱਤਾ, ਜਾਓ ਕਲੰਦਰ ਨੂੰ ਰਿੱਛ ਸਮੇਤ ਅੰਦਰ ਲੈ ਕੇ ਆਓ। ਦੂਜੇ ਹੀ ਪਲ ਕਲੰਦਰ ਦੇ ਨਾਲ ਰਿੱਛ ਵੀ ਗੁਰਾਂ ਨੂੰ ਕੋਟੀ ਕੋਟੀ ਪ੍ਰਣਾਮ ਕਰ ਰਿਹਾ ਸੀ। ਕਲੰਦਰ ਨੇ ਕਿਹਾ ਕਿ ਮਹਾਰਾਜ, ਜੇਕਰ ਦਾਸ ਨੂੰ ਆਗਿਆ ਹੋਵੇ ਤਾਂ ਮੈਂ ਆਪਣੇ ਰਿੱਛ ਨਾਲ ਆਪ ਨੂੰ ਕੁਝ ਕਰਤੱਵ ਦਿਖਾਉਣਾ ਚਾਹੁੰਦਾ ਹਾਂ। ਗੁਰੂਦੇਵ ਨੇ ਕਲੰਦਰ ਨੂੰ ਆਗਿਆ ਦੇ ਦਿੱਤੀ ਅਤੇ ਕਲੰਦਰ ਗੁਰੂ ਜੀ ਦੇ ਸਾਹਮਣੇ ਤਰ੍ਹਾਂ ਤਰ੍ਹਾਂ ਦੀਆਂ ਕਲਾਬਾਜ਼ੀਆਂ ਦਿਖਾਉਣ ਲੱਗਾ। ਕਦੇ ਉਹ ਰਿੱਛ ਦੇ ਉੱਪਰ ਚੜ੍ਹ ਜਾਵੇ ਸਵਾਰੀ ਕਰਦਾ, ਅਤੇ ਕਦੇ ਉਸ ਦੇ ਮੂੰਹ ਵਿੱਚ ਪੂਰਾ ਹੱਥ ਪਾ ਕੇ ਕੱਢ ਲੈਂਦਾ। ਇੰਨਾ ਵੱਡਾ ਰਿੱਛ ਕਲੰਦਰ ਤੋਂ ਰੱਤੀ ਭਰ ਵੀ ਬਾਹਰ ਨਹੀਂ ਸੀ। ਰਿੱਛ ਨੂੰ ਇੰਝ ਕਲੰਦਰ ਦੇ ਇਸ਼ਾਰਿਆਂ 'ਤੇ ਨੱਚਦਾ ਦੇਖ ਕੇ ਗੁਰੂ ਜੀ ਨੂੰ ਪੱਖੀ ਝਲਾਉਣ ਵਾਲੇ ਸੇਵਾਦਾਰ ਦਾ ਹਾਸਾ ਨਿਕਲ ਗਿਆ। ਗੁਰੂਦੇਵ ਨੇ ਉਸ ਸੇਵਕ ਨੂੰ, ਜਿਸ ਦਾ ਨਾਮ ਕੀਰਤੀਆ ਸੀ, ਨੂੰ ਪੁੱਛ ਲਿਆ, ਭਾਈ ਕੀਰਤੀਆ, ਆਖਿਰ ਤੈਨੂੰ ਹਾਸਾ ਕਿਸ ਗੱਲ ਤੋਂ ਆ ਰਿਹਾ ਹੈ? ਜਾਂ ਤਾਂ ਕੀਰਤੀਆ ਗੁਰੂਦੇਵ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ, ਗੁਰੂ ਜੀ, ਗੁਸਤਾਖੀ ਮਾਫ਼ ਕਰਨਾ, ਮੈਂ ਤਾਂ ਕਰਮਾਂ ਦੀ ਖੇਡ ਦੇਖ ਕੇ ਹੈਰਾਨ ਹਾਂ ਕਿ ਇੰਨਾ ਬਲਵਾਨ ਰਿੱਛ, ਜੋ ਸਿਰਫ ਆਪਣੇ ਇੱਕ ਵਾਰ ਨਾਲ ਹੀ ਕਲੰਦਰ ਨੂੰ ਠੰਡਾ ਕਰ ਸਕਦਾ ਹੈ, ਪਰ ਫਿਰ ਵੀ ਗਲੀ ਗਲੀ ਉਸਦੇ ਇਸ਼ਾਰਿਆਂ 'ਤੇ ਨੱਚ ਰਿਹਾ ਹੈ। ਪਤਾ ਨਹੀਂ ਇਸ ਰਿੱਛ ਨੇ ਕਿਹੋ ਜਿਹੇ ਮਾੜੇ ਕਰਮ ਕੀਤੇ ਹੋਣਗੇ। ਕੀਰਤੀਏ ਦੀ ਗੱਲ ਸੁਣ ਕੇ ਗੁਰੂਦੇਵ ਠਹਾਕਾ ਮਾਰ ਕੇ ਹੱਸ ਪਏ ਅਤੇ ਉਸ ਰਿੱਛ ਨੂੰ ਗੌਰ ਨਾਲ ਇੱਕ ਟੱਕ ਨਿਹਾਰਨ ਲੱਗੇ। ਰਿੱਛ ਵੀ ਨੱਚਣਾ ਛੱਡ ਕੇ ਗੁਰੂ ਸਾਹਿਬ ਨੂੰ ਇੰਝ ਤਰਸਦੀਆਂ ਅੱਖਾਂ ਨਾਲ ਦੇਖ ਰਿਹਾ ਸੀ, ਜਿਵੇਂ ਅੰਦਰੋਂ ਅੰਦਰੀ ਉਹ ਆਪਣੀ ਬੀਤੀ ਦਰਦ ਕਹਾਣੀ ਸੁਣਾ ਰਿਹਾ ਹੋਵੇ। ਗੁਰੂ ਸਾਹਿਬ ਵੀ ਉਸਦੇ ਪੁਕਾਰ ਨੂੰ ਪੂਰੀ ਤਰ੍ਹਾਂ ਅੰਦਰ ਡੁੱਬ ਕੇ ਸੁਣਦੇ ਪ੍ਰਤੀਤ ਹੋ ਰਹੇ ਸਨ। ਫਿਰ ਇੰਝ ਹੀ ਰਿੱਛ ਨੂੰ ਗਹਿਰੀਆਂ ਨਜ਼ਰਾਂ ਨਾਲ ਤੱਕਦੇ ਹੋਏ ਭਾਈ ਕੀਰਤੀਏ ਨੂੰ ਕਹਿਣ ਲੱਗੇ, ਕੀਰਤੀਏ, ਹੱਸਿਆ ਤਾਂ ਤੂੰ ਵੀ ਕਰਮਾਂ ਦੀ ਖੇਡ ਦੇਖ ਕੇ ਹੀ ਹੈ, ਤੇ ਮੈਂ ਵੀ ਕਰਮਾਂ ਦੀ ਖੇਡ ਦੇਖ ਕੇ ਹੀ ਹੱਸਿਆ, ਪਰ ਮੈਨੂੰ ਰਿੱਛ ਨਾਲ ਜੁੜੇ ਤੇਰੇ ਕਰਮ ਨੂੰ ਦੇਖ ਕੇ ਹਾਸਾ ਆਇਆ ਸੀ। ਕੀਰਤੀਆ ਹੈਰਾਨੀ ਨਾਲ ਗੁਰੂ ਜੀ ਅੱਗੇ ਹੱਥ ਜੋੜ ਕੇ ਬੋਲਣ ਲੱਗਾ, ਭਲਾ ਮੇਰੇ ਇਸ ਰਿੱਛ ਨਾਲ ਕਿਹੜੇ ਕਰਮ ਜੁੜੇ ਹੋ ਸਕਦੇ ਹਨ? ਗੁਰੂ ਸਾਹਿਬ ਥੋੜ੍ਹੇ ਗੰਭੀਰ ਹੋ ਕੇ ਕਹਿਣ ਲੱਗੇ, ਕੀਰਤੀਏ, ਤੇਰੇ ਪਿਤਾ ਜੀ ਕਿੱਥੇ ਹਨ? ਕੀਰਤੀਆ ਥੋੜ੍ਹਾ ਜਿਹਾ ਹੈਰਾਨ ਹੋ ਕੇ ਬੋਲਿਆ, ਗੁਰੂ ਜੀ, ਆਪ ਨੇ ਸਭ ਜਾਣਦੇ ਹੋਏ ਇਹ ਸਵਾਲ ਕਿਉਂ ਪੁੱਛਿਆ? ਗੁਰੂ ਸਾਹਿਬ ਕਹਿਣ ਲੱਗੇ ਕਿ ਅਸੀਂ ਤੇਰੇ ਤੋਂ ਆਪਣੇ ਸਵਾਲਾਂ ਦਾ ਜਵਾਬ ਮੰਗ ਰਹੇ ਹਾਂ। ਕਿ ਸਵਾਲਾਂ ਦੇ ਜਵਾਬ ਵਿੱਚ ਤੇਰਾ ਸਵਾਲ? ਕੀਰਤੀਆ ਥੋੜ੍ਹਾ ਠਿਠਕ ਕੇ, ਮਹਾਰਾਜ, ਆਪ ਤਾਂ ਜਾਣਦੇ ਹੋ ਕਿ ਮੇਰੇ ਪਿਤਾ ਨੇ ਮਰਦੇ ਦਮ ਤੱਕ ਆਪ ਦੀ ਸੇਵਾ ਕੀਤੀ ਅਤੇ ਅੰਤ ਵਿੱਚ ਆਪ ਦੇ ਚਰਨਾਂ ਵਿੱਚ ਹੀ ਬਿਰਾਜੇ।
ਗੁਰੂ ਸਾਹਿਬ, ਕੀ ਤੈਨੂੰ ਪੂਰਨ ਵਿਸ਼ਵਾਸ ਹੈ ਕਿ ਤੇਰੇ ਪਿਤਾ ਜੀ ਨੇ ਮੇਰੇ ਧਾਮ ਨੂੰ ਹੀ ਪ੍ਰਾਪਤ ਕੀਤਾ ਹੈ? ਕੀਰਤੀਆ, ਮਹਾਰਾਜ, ਆਪ ਸਾਡੇ ਸਾਰੇ ਧਾਰਮਿਕ ਗ੍ਰੰਥਾਂ, ਸੰਤਾਂ, ਮਹਾਂਪੁਰਸ਼ ਆਪ ਜੀ ਦੇ ਪਵਿੱਤਰ ਮੁਖੋਂ ਅਸੀਂ ਇਹੋ ਹੀ ਸਦਾ ਸੁਣਿਆ ਹੈ ਕਿ ਗੁਰੂ ਦੀ ਸੇਵਾ ਕਰਨ ਵਾਲਾ ਮਨੁੱਖ ਸਦਾ ਆਪ ਦੇ ਧਾਮ ਨੂੰ ਹੀ ਪ੍ਰਾਪਤ ਹੁੰਦਾ ਹੈ। ਉਹ ਕਦੇ ਵੀ ਅਯੋਗ ਗਤੀ ਨੂੰ ਪ੍ਰਾਪਤ ਨਹੀਂ ਹੁੰਦਾ। ਮੈਨੂੰ ਇਸ ਸੱਚਾਈ ਤੋਂ ਭੋਰਾ ਪਰ ਸ਼ੰਕਾ ਨਹੀਂ। ਗੁਰੂ ਸਾਹਿਬ, ਤੂੰ ਜੋ ਕਹਿ ਰਿਹਾ ਹੈ ਬਿਲਕੁਲ ਸਹੀ ਹੈ। ਗੁਰੂ ਚਰਨਾਂ ਵਿੱਚ ਅਜਿਹਾ ਹੀ ਅਟਲ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰੰਤੂ ਅਫਸੋਸ ਦਾ ਵਿਸ਼ਾ ਇਹ ਹੈ ਕਿ ਜਿਸ ਰਿੱਛ ਨੂੰ ਤੂੰ ਨੱਚਦਿਆਂ ਦੇਖ ਰਿਹਾ ਹੈ ਉਹ ਕੋਈ ਹੋਰ ਨਹੀਂ ਬਲਕਿ ਇਹ ਤੇਰੇ ਪਿਤਾ ਜੀ ਹਨ। ਇੰਨਾ ਸੁਣਦੇ ਹੀ ਕੀਰਤੀਏ ਦੇ ਪੈਰਾਂ ਥੱਲਿਓਂ ਜ਼ਮੀਨ ਹਿੱਲ ਗਈ। ਅਜਿਹਾ ਹੋਣਾ ਸੁਭਾਵਿਕ ਵੀ ਸੀ, ਕਿਉਂਕਿ ਜਿਸ ਇੱਟ ਬਾਰੇ ਪੱਕਾ ਵਿਸ਼ਵਾਸ ਸੀ ਕਿ ਇਹ ਚੁਬਾਰੇ ਨੂੰ ਹੀ ਲੱਗੇਗੀ, ਉਸ ਨੂੰ ਨਾਲੀ 'ਤੇ ਲੱਗਿਆਂ ਦੇਖ ਕੇ ਦੁੱਖ ਤਾਂ ਹੁੰਦਾ ਹੀ ਹੈ। ਕੀਰਤੀਆ ਉਦਾਸ ਜਿਹਾ ਹੋ ਕੇ ਕਹਿਣ ਲੱਗ ਪਿਆ ਕਿ ਗੁਰੂ ਸਾਹਿਬ, ਇਹ ਤੁਸੀਂ ਕੀ ਕਹਿ ਰਹੇ ਹੋ? ਮੇਰੇ ਪਿਤਾ ਜੀ ਰਿੱਛ ਦੀ ਇਸ ਨੀਚ ਜੂਨੀ ਵਿੱਚ ਚਲੇ ਗਏ ਹਨ। ਪਰੰਤੂ ਕਿਉਂ? ਇਹ ਕਿਵੇਂ ਹੋ ਸਕਦਾ ਹੈ? ਮੇਰੇ ਪਿਤਾ ਜੀ ਤਾਂ ਆਪ ਜੀ ਦੇ ਦਾਸ ਸਨ। ਕੁਲ ਦੁਨੀਆ ਜਾਣਦੀ ਹੈ ਕਿ ਉਹਨਾਂ ਨੇ ਆਪ ਦੀ ਦਰਬਾਰ ਵਿੱਚ ਲੱਕ ਤੋੜਵੀਂ ਸੇਵਾ ਕੀਤੀ ਹੈ। ਫਿਰ ਵੀ ਉਹਨਾਂ ਦੀ ਇਹ ਦੁਰਗਤੀ ਮੁਆਫ਼ ਕਰਨਾ ਮਹਾਰਾਜ। ਭਾਵੇਂ ਤੁਸੀਂ ਇਸ ਨੂੰ ਮੇਰੀ ਸ਼ਿਕਾਇਤ ਸਮਝੋ ਚਾਹੇ ਸਵਾਲ। ਆਪਣਾ ਮਨੁੱਖਾ ਜਨਮ ਸਫਲ ਕਰਨ ਲਈ ਤਾਂ ਇਨਸਾਨ ਗੁਰੂ ਦੇ ਦਰਬਾਰ ਵਿੱਚ ਜਾਂਦਾ ਹੈ ਅਤੇ ਤਨ ਮਨ ਧਨ ਨਾਲ ਸੇਵਾ ਵੀ ਕਰਦਾ ਹੈ। ਇੰਨਾ ਕਰਨ 'ਤੇ ਵੀ ਜੇਕਰ ਨੀਚ ਜੂਨੀ ਹੀ ਵਿੱਚ ਜਾਣਾ ਹੈ ਤਾਂ ਆਪ ਦੀ ਸ਼ਰਨ ਵਿੱਚ ਆਉਣ ਦਾ ਆਖਿਰ ਕੀ ਲਾਭ ਹੈ? ਇਹ ਘਟਨਾ ਦੇਖ ਕੇ ਤਾਂ ਕੋਈ ਵੀ ਗੁਰੂ ਦਰਬਾਰ ਦੀ ਸੇਵਾ ਕਰਨ ਲਈ ਕਦਮ ਨਹੀਂ ਉਠਾਵੇਗਾ। ਜੇਕਰ ਬਦਾਮ ਅਖਰੋਟ ਦੇ ਪੌਦੇ ਲਗਾ ਕੇ ਵੀ ਬਦਲੇ ਵਿੱਚ ਕੰਡੇ ਹੀ ਮਿਲਣੇ ਤਾਂ ਸੋਚੋ ਕੌਣ ਅਜਿਹੀ ਫਸਲ ਲਗਾਵੇਗਾ। ਗੁਰੂ ਸਾਹਿਬ, ਆਪ ਖੁਦ ਦੱਸੋ ਕਿ ਕਦੇ ਸੂਰਜ ਦੇ ਘਰ ਜਾ ਕੇ ਵੀ ਕਿਸੇ ਨੂੰ ਹਨੇਰਾ ਮਿਲਿਆ ਹੈ ਜਾਂ ਫਿਰ ਨਦੀ 'ਚ ਛਲਾਂਗ ਲਗਾ ਕੇ ਵੀ ਕੋਈ ਭਿੱਜਣ ਤੋਂ ਵੰਚਿਤ ਰਿਹਾ ਹੈ? ਗੁਰੂ ਸਾਹਿਬ, ਪੁੱਤਰ, ਜਿਨ੍ਹਾਂ ਲੋਕਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹੋਣ ਅਤੇ ਉੱਪਰੋਂ ਕੱਸ ਕੇ ਕਾਲੀ ਪੱਟੀ ਬੰਨ੍ਹਣ ਲਈ ਹੋਵੇ ਤਾਂ ਉੱਥੇ ਫਿਰ ਅਸੰਖਿ ਸੂਰਜ ਚੜ੍ਹਨ ਤੋਂ ਬਾਅਦ ਵੀ ਹਨੇਰਾ ਹੀ ਰਹੇਗਾ। ਦੂਸਰਾ, ਜਿਸਨੇ ਆਪਣੇ ਤਨ 'ਤੇ ਤੇਲ ਮਲਿਆ ਹੋਵੇ ਤਾਂ ਉਸਦੇ ਤਨ ਵਿੱਚ ਨਦੀ ਤਾਂ ਕੀ ਗੰਗਾ ਦਾ ਪਾਣੀ ਵੀ ਨਹੀਂ ਠਹਿਰ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਰੇ ਪਿਤਾ ਨੇ ਇਸ ਦਰਬਾਰ ਵਿੱਚ ਬਹੁਤ ਸੇਵਾ ਕੀਤੀ, ਪਰੰਤੂ ਉਸਦੇ ਪਿੱਛੇ ਛੁਪੇ ਭਾਵਾਂ ਤੋਂ ਤੂੰ ਬਿਲਕੁਲ ਅਣਜਾਣ ਹੈ। ਕੀਰਤੀਆ, ਮਹਾਰਾਜ ਜੀ, ਬੇਸ਼ੱਕ ਮੈਂ ਭਾਵ ਪੜ੍ਹਨ 'ਚ ਊਣਾ ਹਾਂ, ਪਰੰਤੂ ਫਿਰ ਵੀ ਮੇਰੇ ਪਿਤਾ ਜੀ ਨੇ ਦਰਬਾਰ ਦੀ ਸੇਵਾ ਤਾਂ ਕੀਤੀ ਹੀ ਸੀ ਨਾ। ਗੁਰੂ ਸਾਹਿਬ, ਕੀਰਤੀਆ, ਸਾਨੂੰ ਇੱਕ ਗੱਲ ਦਾ ਜਵਾਬ ਦੇ। ਮੰਨ ਲੈ ਤੈਨੂੰ ਬਹੁਤ ਭੁੱਖ ਲੱਗੀ ਹੋਵੇ ਅਤੇ ਤੂੰ ਆਪਣੇ ਪੁੱਤਰ ਨੂੰ ਭੋਜਨ ਪਰੋਸਣ ਲਈ ਕਹੇਂ। ਹੁਣ ਤੇਰਾ ਪੁੱਤਰ ਤੇਰੇ ਸਾਹਮਣੇ ਭੋਜਨ ਤਾਂ ਪਹੁੰਚਾ ਦਿੰਦਾ ਹੈ, ਪਰੰਤੂ ਇੰਜ ਜਿਵੇਂ ਗਲੀ ਦੇ ਕੁੱਤੇ ਅੱਗੇ ਵਗਾ ਕੇ ਮਾਰਿਆ ਜਾਂਦਾ ਹੈ। ਸੋਚ ਕੇ ਦੇਖ, ਬੇਸ਼ੱਕ ਭੋਜਨ ਪਹੁੰਚਾਉਣ ਦਾ ਕਰਮ ਤਾਂ ਤੇਰੇ ਪੁੱਤਰ ਦੁਆਰਾ ਹੋਇਆ ਹੈ, ਪਰ ਉਸਦੇ ਦੁਆਰਾ ਕੀਤੇ ਇਸ ਅਪਮਾਨ ਦੁਆਰਾ ਤੇਰੀ ਭੁੱਖ ਸ਼ਾਂਤ ਹੋਵੇਗੀ ਜਾਂ ਫਿਰ ਦੁੱਖ ਦੇ ਮਾਰੇ ਖਤਮ ਹੋ ਜਾਵੇਗੀ। ਇਸ ਲਈ ਪੁੱਤਰ, ਕਰਮ ਦੀ ਓਨੀ ਮਹਾਨਤਾ ਨਹੀਂ ਜਿੰਨੀ ਮਹਾਨਤਾ ਕਰਮ ਦੇ ਪਿੱਛੇ ਛੁਪੀ ਹੋਈ ਭਾਵਨਾ ਦੀ ਹੈ। ਕੀਰਤੀਆ, ਖਿਮਾ ਕਰਨਾ ਮਹਾਰਾਜ, ਮੈਂ ਪਿਤਾ ਜੀ ਦੇ ਮੋਹ ਅਧੀਨ ਹੋ ਕੇ ਸ਼ਾਇਦ ਆਪ ਨੂੰ ਸਮਝ ਨਹੀਂ ਪਾ ਰਿਹਾ। ਕਿਰਪਾ ਕਰਕੇ ਮੈਨੂੰ ਖੋਲ੍ਹ ਕੇ ਦੱਸੋ ਕਿ ਕਰਮ ਕਰਕੇ ਮੇਰੇ ਪਿਤਾ ਜੀ ਦੀ ਇਹ ਦੁਰਗਤੀ ਕਿਸ ਤਰ੍ਹਾਂ ਹੋਈ ਹੈ। ਗੁਰੂ ਸਾਹਿਬ, ਕੀਰਤੀਏ, ਪਹਿਲੀ ਗੱਲ ਤਾਂ ਇਹ ਹੈ ਕਿ ਤੇਰੇ ਪਿਤਾ ਗੁਰੂ ਘਰ ਵਿੱਚ ਕੀਤੀਆਂ ਭੁੱਲਾਂ ਕਾਰਨ ਰਿਛ ਦੀ ਜੂਨੀ ਵਿੱਚ ਗਏ ਹਨ। ਯਾਦ ਰੱਖਣਾ ਪੁੱਤਰ, ਗੁਰੂ ਘਰੋਂ ਭਾਵੇਂ ਬੈਕੁੰਠ ਦੇ ਫਰਿਸ਼ਤੇ ਬਣਨ ਦਾ ਸੁਭਾਗ ਮਿਲੇ ਜਾਂ ਰਿਛ ਵਰਗੀ ਨੀਚ ਜੂਨੀ ਪ੍ਰਾਪਤ ਹੋਵੇ, ਪਰੰਤੂ ਹਰੇਕ ਗਤੀ ਵਿੱਚ ਪਰਮ ਗਤੀ ਛੁਪੀ ਹੋਈ ਹੈ। ਤੂੰ ਨਹੀਂ ਜਾਣਦਾ ਕਿ ਜੇਕਰ ਤੇਰੇ ਪਿਤਾ ਜੀ ਨੂੰ ਰਿਛ ਦੀ ਜੂਨੀ ਮਿਲੀ ਹੈ, ਰਿਛ ਦੀ ਜੂਨੀ ਨਾ ਮਿਲਦੀ ਤਾਂ ਆਉਣ ਵਾਲੀਆਂ ਭਗਤਾਂ ਦੀਆਂ ਨਸਲਾਂ ਨੂੰ ਸਾਵਧਾਨੀ ਅਤੇ ਨਸੀਹਤਾਂ ਦੀ ਖਾਦ ਕਦੇ ਵੀ ਪ੍ਰਾਪਤ ਨਹੀਂ ਹੋਣੀ ਸੀ।
ਕੀਰਤਿਆ। ਸਤਵਚਨ ਮਹਾਰਾਜ ਜੀ, ਪਰੰਤੂ ਕੀ ਮੈਂ ਇਹ ਜਾਣਨ ਦਾ ਅਧਿਕਾਰੀ ਹਾਂ ਕਿ ਸੇਵਾ ਕਰਦਿਆਂ ਮੇਰੇ ਪਿਤਾ ਜੀ ਕੋ ਗੁਰੂ ਦਰਬਾਰ ਅੰਦਰ ਕਿਹੜਾ ਪਾਪ ਹੋ ਗਿਆ ਸੀ? ਗੁਰੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਪ੍ਰਸ਼ੰਸਾ ਹੈ ਕਿ ਤੂੰ ਦੁੱਖ ਕਲੇਸ਼ ਜਾਂ ਮੇਰੇ ਪ੍ਰਤੀ ਕੋਈ ਨਾਰਾਜ਼ਗੀ ਲੈ ਕੇ ਸਵਾਲ ਨਹੀਂ ਕਰ ਰਿਹਾ ਅਤੇ ਗੁਰੂ ਅੱਗੇ ਇਸੇ ਪ੍ਰਕਾਰ ਹੀ ਆਪਣੀ ਕੋਈ ਜਿਗਿਆਸਾ ਰੱਖਣੀ ਚਾਹੀਦੀ ਹੈ। ਇਹ ਮਾਰਗ ਇੰਨਾ ਸੂਖਮ ਹੈ ਕਿ ਬਿਨਾਂ ਚੌਕਸੀ ਵਰਤੇ ਇਹ ਸਮਝ ਨਹੀਂ ਆ ਸਕਦਾ ਕਿ ਸਾਥੋਂ ਕਿੱਥੇ ਗਲਤੀ ਹੋ ਗਈ ਹੈ। ਤੇਰੇ ਪਿਤਾ ਜੀ ਦਾ ਸਾਵਧਾਨ ਨਾ ਹੋਣਾ ਹੀ ਉਹਨਾਂ ਨੂੰ ਰਿਛ ਦੀ ਜੂਨੀ ਵਿੱਚ ਖਿੱਚ ਕੇ ਲੈ ਗਿਆ ਹੈ। ਜਿਵੇਂ ਕਿ ਤੂੰ ਜਾਣਦਾ ਹੈ ਕਿ ਤੇਰੇ ਪਿਤਾ ਦੀ ਲੰਗਰ ਵਰਤਾਉਣ ਦੀ ਸੇਵਾ ਕਰਿਆ ਕਰਦੇ ਸਨ, ਜਿਸ ਦੇ ਤਹਿਤ ਉਹ ਤਨ ਦੀ ਬਹੁਤ ਸੇਵਾ ਕਰਿਆ ਕਰਦੇ ਸਨ, ਪਰ ਮਨ ਤੇ ਉਹਨਾਂ ਨੇ ਕਦੇ ਵੀ ਓਨੀ ਮਿਹਨਤ ਨਹੀਂ ਕੀਤੀ ਜਿਨ੍ਹਾਂ ਨਾਲ ਤੇਰੇ ਪਿਤਾ ਜੀ ਦੀ ਮੱਤ ਮਿਲਦੀ ਸੀ। ਉਹਨਾਂ ਨੂੰ ਖੂਬ ਦੁੱਧ ਮਲਾਈਆਂ ਛਕਾਉਂਦੇ ਸਨ, ਪਰ ਜਦੋਂ ਮੇਰੇ ਗਰੀਬ ਭਗਤ ਆਉਂਦੇ ਤਾਂ ਮੱਥੇ 'ਤੇ ਚੂੜੀਆਂ ਪਾ ਕੇ ਭੋਜਨ ਪਰੋਸਦਾ। ਇੰਝ ਹੀ ਇੱਕ ਦਿਨ ਨੇੜੇ ਦੇ ਪਿੰਡ ਦਾ ਇੱਕ ਭਗਤ ਆਪਣੀ ਬੈਲ ਗੱਡੀ ਲੈ ਕੇ ਦਰਬਾਰ ਅੱਗੋਂ ਗੁਜ਼ਰਿਆ ਕਰਦਾ ਸੀ ਅਤੇ ਨਿੱਤ ਹੀ ਦਰਬਾਰ ਅੰਦਰ ਪ੍ਰਣਾਮ ਕਰਕੇ ਪ੍ਰਸਾਦ ਲੈ ਕੇ ਜਾਇਆ ਕਰਦਾ ਸੀ। ਇੱਕ ਦਿਨ ਜਦੋਂ ਮੇਰਾ ਉਹ ਸੇਵਕ ਪਹੁੰਚਿਆ ਤਾਂ ਤੇਰੇ ਪਿਤਾ ਜੀ ਹੀ ਪ੍ਰਸਾਦ ਵੰਡ ਰਹੇ ਸਨ। ਮੇਰੇ ਉਸ ਸੇਵਕ ਨੇ ਜਦੋਂ ਤੇਰੇ ਪਿਤਾ ਜੀ ਤੋਂ ਪ੍ਰਸਾਦ ਮੰਗਿਆ ਤਾਂ ਤੇਰੇ ਪਿਤਾ ਨੂੰ ਬਹੁਤ ਘ੍ਰਿਣਾ ਹੋਈ, ਕਿਉਂਕਿ ਮੇਰੇ ਉਸ ਸ਼ਿਸ਼ ਦੇ ਚਿਹਰੇ ਤੇ ਕੱਪੜੇ ਪੂਰੀ ਤਰ੍ਹਾਂ ਧੂੜ ਨਾਲ ਭਰੇ ਹੋਏ ਸਨ ਤੇ ਤੇਰੇ ਪਿਤਾ ਨੂੰ ਉਸ 'ਤੇ ਖਿਝ ਆ ਗਈ ਅਤੇ ਉਸ ਨੂੰ ਛੱਡ ਕੇ ਉਹ ਬਾਕੀ ਸਭ ਨੂੰ ਪ੍ਰਸਾਦ ਦੇਣ ਲੱਗਾ। ਇਹ ਦੇਖ ਕੇ ਮੇਰੇ ਸੇਵਕ ਨੇ ਕੋਈ ਬੁਰਾ ਨਾ ਮਨਾਇਆ ਅਤੇ ਸੋਚਿਆ ਕਿ ਸ਼ਾਇਦ ਮੈਂ ਨਜ਼ਰ ਹੀ ਨਹੀਂ ਆਇਆ ਹੋਵਾਂਗਾ। ਵਿਚਾਰਾ ਇਹ ਸੋਚ ਕੇ ਦੂਸਰੇ ਸਥਾਨ 'ਤੇ ਚਲਾ ਗਿਆ ਜਿੱਥੇ ਤੇਰੇ ਪਿਤਾ ਜੀ ਪ੍ਰਸਾਦ ਵੰਡ ਰਹੇ ਸਨ, ਪਰੰਤੂ ਉਸ ਨੂੰ ਉੱਥੇ ਵੀ ਹੀਣ ਵਿਵਹਾਰ ਨਾਲ ਸਾਹਮਣਾ ਕਰਨਾ ਪਿਆ। ਕੁਝ ਤਾਂ ਉਸ ਨੂੰ ਵੀ ਸਮਝ ਆਉਣ ਲੱਗਾ ਸੀ, ਪਰੰਤੂ ਫਿਰ ਵੀ ਉਹ ਉਸ ਦੇ ਕੋਲ ਪ੍ਰਸਾਦ ਲੈਣ ਚਲਾ ਗਿਆ। ਪਰੰਤੂ ਅਫਸੋਸ ਦੀ ਗੱਲ ਹੈ ਕਿ ਉਸ ਨੂੰ ਤੀਸਰੀ ਵਾਰ ਵੀ ਨਿਰਾਦਰਤਾ ਦਾ ਪਾਤਰ ਬਣਨਾ ਪਿਆ। ਸ਼ਾਇਦ ਇਸ ਤੋਂ ਬਾਅਦ ਸਬਰ ਕਰਨਾ ਕਿਸੇ ਦੀ ਵੱਸ ਦੀ ਗੱਲ ਨਹੀਂ ਸੀ, ਪਰ ਮੇਰੇ ਸੇਵਕ ਨੇ ਫਿਰ ਵੀ ਅਣਗੌਲਿਆਂ ਕਰ ਦਿੱਤਾ, ਕਿਉਂਕਿ ਗੁਰੂ ਘਰ ਦਾ ਪ੍ਰਸਾਦ ਲਏ ਬਿਨਾਂ ਉਹ ਕੁਝ ਵੀ ਗ੍ਰਹਿਣ ਨਹੀਂ ਕਰਦਾ ਸੀ। ਹੋਰਾਂ ਲਈ ਤਾਂ ਮੇਰਾ ਪ੍ਰਸਾਦ ਸਿਰਫ ਖਾਣ ਦੀ ਵਸਤੂ ਹੋ ਸਕਦਾ ਸੀ, ਪਰੰਤੂ ਉਸ ਲਈ ਤਾਂ ਪ੍ਰਸਾਦ ਪ੍ਰਮਾਣਦਾਇਕ ਸੰਜੀਵਨੀ ਬੂਟੀ ਦੇ ਸਮਾਨ ਸੀ। ਇਸ ਲਈ ਜੇ ਪ੍ਰਸਾਦ ਮਿਲ ਗਿਆ ਤਾਂ ਵੀ ਠੀਕ, ਜੇਕਰ ਨਹੀਂ ਮਿਲਿਆ ਤਾਂ ਵੀ ਕੋਈ ਗੱਲ ਨਹੀਂ ਵਾਲੀ ਕਹਾਣੀ ਉਸ ਨਾਲ ਤਾਲਮੇਲ ਨਹੀਂ ਖਾਂਦੀ ਸੀ। ਇਸੇ ਉਮੀਦ ਨਾਲ ਜਦੋਂ ਉਹ ਤੇਰੇ ਪਿਤਾ ਦੇ ਕੋਲ ਆਇਆ ਤਾਂ ਇੱਕ ਵਾਰ ਤੇਰੇ ਪਿਤਾ ਨੇ ਜੀ ਦੇ ਅੰਦਰ ਖਿਝ ਕੌੜੇ ਵਚਨਾਂ ਦੁਆਰਾ ਬਾਹਰ ਫੁੱਟ ਪਈ ਅਤੇ ਉਹ ਬੋਲ ਉੱਠਿਆ ਕਿ ਓਏ ਮੂਰਖਾ, ਤੈਨੂੰ ਅਕਲ ਨਹੀਂ ਆਉਂਦੀ? ਆਹ ਭੈੜੀ ਸ਼ਕਲ ਲੈ ਕੇ ਗੁਰਾਂ ਦਾ ਪ੍ਰਸਾਦ ਲੈਣ ਆ ਗਿਆ। ਥੋੜ੍ਹੀ ਲਿਆਕਤ ਤਾਂ ਸਿੱਖ ਲੈ, ਐਵੇਂ ਰਿੱਛ ਵਾਂਗ ਟੱਪ ਰਿਹਾ ਹੈ ਮੇਰੇ ਅੱਗੇ ਪਿੱਛੇ, ਜਾਂ ਇੱਥੋਂ ਦਫਾ ਹੋ ਜਾ। ਪਤਾ ਨਹੀਂ ਲੋਕ ਮੂੰਹ ਚੁੱਕ ਕੇ ਸਵੇਰੇ ਸਵੇਰੇ ਕਿੱਥੋਂ ਆ ਜਾਂਦੇ ਆ। ਇੰਨਾ ਕਹਿ ਕੇ ਤੇਰੇ ਪਿਤਾ ਅੱਗੇ ਵਧ ਗਿਆ ਅਤੇ ਮੇਰੇ ਭਗਤ ਨੂੰ ਪ੍ਰਸਾਦ ਨਾ ਦਿੱਤਾ, ਸਿਰਫ ਮੰਦੇ ਵਚਨ ਹੀ ਉਸਦੀ ਝੋਲੀ ਪਾ ਦਿੱਤੇ। ਉਹ ਕਮਲਾ ਇਹ ਭੁੱਲ ਗਿਆ ਕਿ ਉਸਦੇ ਹੱਥ ਭਲਾ ਸਾਫ਼ ਕਰਨ, ਪਰ ਮਨ ਤਾਂ ਮੈਲ ਨਾਲ ਕਾਲਾ ਹੋਇਆ ਪਿਆ ਹੈ। ਬੇਸ਼ੱਕ ਮੇਰਾ ਉਹ ਭਗਤ ਸਰੀਰ ਤੋਂ ਮੈਲਾ ਸੀ, ਪਰ ਮਨ ਤੋਂ ਉਹ ਮੈਨੂੰ ਦੁੱਧ ਤੋਂ ਵੀ ਉਜਵਲ ਜਾਪਦਾ ਸੀ ਅਤੇ ਤੇਰੇ ਪਿਤਾ ਨੇ ਇਸ ਉਜਲੇ ਦੁੱਧ 'ਚ ਅੱਜ ਖੱਟੇ ਦੀਆਂ ਬੂੰਦਾਂ ਛਿੜਕ ਦਿੱਤੀਆਂ। ਫਿਰ ਭਲਾ ਦੁੱਧ ਆਪਣਾ ਰੂਪ ਕਿਵੇਂ ਬਰਕਰਾਰ ਰੱਖਦਾ? ਉਹ ਵਿਗੜ ਗਿਆ, ਫਟ ਕੇ ਉਸਦੇ ਮੂੰਹੋਂ ਇਹ ਵਚਨ ਨਿਕਲੇ ਕਿ ਹੇ ਗੁਰੂ ਦੇ ਗੁਸਤਾਖ ਸੇਵਕ, ਤੁਸੀਂ ਸਾਨੂੰ ਗੁਰੂਦੇਵ ਦੇ ਪ੍ਰਸਾਦ ਤੋਂ ਵੰਚਿਤ ਰੱਖਣ ਦਾ ਮਹਾਪਾਪ ਕੀਤਾ ਹੈ
ਅਤੇ ਨਾਲ ਹੀ ਸਾਨੂੰ ਰਿੱਛ ਨਾਲ ਤੋਲ ਕੇ ਵਿਅਕਤੀਗਤ ਤੌਰ 'ਤੇ ਵਲੂੰਦਰਿਆ ਹੈ। ਇਸ ਲਈ ਇਹ ਸਾਡੀ ਦਿਲੋਂ ਹਾਏ ਹੈ, ਜਾਂ ਸਮਝ ਲਓ ਸ਼ਰਾਪ ਹੈ ਕਿ ਅਗਲੇ ਜਨਮ ਵਿੱਚ ਤੂੰ ਰਿੱਛ ਦੀ ਜੂਨੀ ਵਿੱਚ ਜਾਵੇਂ ਅਤੇ ਗਲੀ ਗਲੀ ਜਾ ਕੇ ਕਲੰਦਰ ਦੇ ਇਸ਼ਾਰਿਆਂ 'ਤੇ ਨੱਚੇ। ਇੰਨਾ ਕਹਿ ਕੇ ਉਹ ਭਗਤ ਚਲਾ ਗਿਆ, ਪਰ ਆਪਣਾ ਸ਼ਰਾਪ ਤੇਰੇ ਪਿਤਾ ਲਈ ਛੱਡ ਗਿਆ। ਇਸ ਸ਼ਰਾਪ ਦੇ ਕਾਰਨ ਹੀ ਤੇਰੇ ਪਿਤਾ ਦੀ ਜਲਦੀ ਮੌਤ ਹੋ ਗਈ ਅਤੇ ਉਸਨੂੰ ਅਗਲੀ ਜੂਨ ਰਿੱਛ ਦੀ ਹੀ ਮਿਲੀ ਤੇ ਤੇਰੇ ਸਾਹਮਣੇ ਹੈ। ਗੁਰੂ ਜੀ ਇੰਨਾ ਕਹਿ ਕੇ ਚੁੱਪ ਹੋ ਗਏ ਅਤੇ ਦਰਬਾਰ ਵਿੱਚ ਬੈਠੀ ਸੰਗਤ ਵੀ ਚੁੱਪ ਦੀ ਚਾਦਰ ਓੜ ਕੇ ਬੈਠੀ ਸੀ। ਦਰਬਾਰ ਵਿੱਚ ਬੈਠੇ ਹਰ ਸੇਵਕ ਕਿਤੇ ਨਾ ਕਿਤੇ ਸਹਿਮ ਗਿਆ ਅਤੇ ਆਪਣੇ ਸੇਵਾ ਕਾਰਜਾਂ ਦੌਰਾਨ ਹੋਈਆਂ ਗਲਤੀਆਂ ਨੂੰ ਲੱਭਣ ਲੱਗਾ। ਪਰ ਕੀਰਤੀਆ ਕੁਝ ਨਾ ਬੋਲ ਕੇ ਵੀ ਅੱਖਾਂ ਤੋਂ ਬਹੁਤ ਕੁਝ ਬੋਲ ਰਿਹਾ ਸੀ। ਉਸਦੇ ਹੰਝੂ ਹੀ ਸ਼ਬਦਾਂ ਦਾ ਕੰਮ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਹੇ ਸਮਰੱਥ ਪਿਤਾ, ਆਪ ਦੇ ਕਿਸੇ ਵੀ ਨਿਆਂ ਪ੍ਰਤੀ ਮੈਨੂੰ ਕੋਈ ਸ਼ਿਕਵਾ ਨਹੀਂ। ਜਿਸ ਨੇ ਜੋ ਕੀਤਾ ਆਖਿਰ ਉਸਨੂੰ ਉਸਦਾ ਫਲ ਭੋਗਣਾ ਹੀ ਪੈਂਦਾ ਹੈ। ਪਰੰਤੂ ਮੈਂ ਇੰਨਾ ਹੀ ਕਹਾਂਗਾ ਕਿ ਆਪ ਦਇਆਵਾਨ ਹੋ, ਇਸ ਕਰਕੇ ਪਿਤਾ ਜੀ ਨੂੰ ਇਸ ਜੂਨ ਤੋਂ ਮੁਕਤ ਕਰ ਦਿਓ। ਸਾਨੂੰ ਸਭ ਨੂੰ ਅਜਿਹੀ ਬੁੱਧੀ ਪ੍ਰਦਾਨ ਕਰੋ ਕਿ ਸਾਡੇ ਤੋਂ ਕਦੇ ਵੀ ਅਜਿਹੀ ਗਲਤੀ ਨਾ ਹੋਵੇ। ਰਿੱਛ ਵੀ ਜਿਵੇਂ ਨੱਚਣਾ ਭੁੱਲ ਗਿਆ ਅਤੇ ਇਕਟਕ ਆਪਣੇ ਪੁੱਤਰ ਦੀ ਇਸ ਅਰਜ਼ੋਈ ਨੂੰ ਸੁਣ ਰਿਹਾ ਸੀ। ਸ਼ਾਇਦ ਅੰਦਰੋਂ ਅੰਦਰੀ ਗਿੜਗਿੜਾ ਵੀ ਰਿਹਾ ਸੀ ਕਿ ਹੇ ਬਖਸ਼ਣਹਾਰ, ਮੇਰੀ ਭੁੱਲ ਬਖਸ਼ ਦਿਓ। ਹੁਣ ਤਾਂ ਮੇਰੇ ਦੁਆਰਾ ਉਸ ਪੀੜਿਤ ਦਾ ਸ਼ਰਾਪ ਵੀ ਪੂਰਾ ਹੋ ਗਿਆ। ਮੇਰੀਆਂ ਅੱਖਾਂ 'ਚੋਂ ਵਹਿੰਦੇ ਹੰਝੂਆਂ ਦੀ ਆਪ ਦੇ ਚਰਨਾਂ ਵਿੱਚ ਤਰਲ ਕਰ ਰਹੇ ਹਨ। ਬਾਕੀ ਜੋ ਆਪ ਦੀ ਇੱਛਾ। ਗੁਰੂ ਸਾਹਿਬ ਰਿੱਛ ਦੀ ਅਰਜ਼ੋਈ ਸੁਣ ਕੇ ਮੁਸਕਰਾ ਪਏ, ਕਿਉਂਕਿ ਇਹ ਰਿੱਛ ਦੀ ਨਹੀਂ ਬਲਕਿ ਇੱਕ ਭਟਕੇ ਹੋਏ ਸਜ਼ਾ ਭੋਗ ਰਹੇ ਸੇਵਾਦਾਰ ਦੀ ਪੁਕਾਰ ਸੀ, ਜੋ ਸਮਝ ਚੁੱਕਿਆ ਸੀ ਕਿ ਗੁਰੂ ਕਿਸੇ ਨੂੰ ਵੀ ਦਰਬਾਰ ਵਿੱਚ ਇਸ ਲਈ ਸੇਵਾ ਨਹੀਂ ਦਿੰਦਾ ਕਿ ਅਸੀਂ ਠੇਕੇਦਾਰ ਬਣ ਕੇ ਪੇਸ਼ ਆਈਏ ਅਤੇ ਸੇਵਾ ਨੂੰ ਆਪਣੇ ਪਿਓ ਦਾਦੇ ਦੀ ਮਲਕੀਅਤ ਸਮਝੀਏ, ਬਲਕਿ ਉਹ ਸਾਨੂੰ ਇਸ ਲਈ ਮੌਕਾ ਦਿੰਦਾ ਹੈ ਕਿ ਬਸ ਇਹੀ ਮੌਕਾ ਹੈ ਜੋ ਮੈਂ ਸਿਰਫ ਤੈਨੂੰ ਪ੍ਰਦਾਨ ਕੀਤਾ ਹੈ। ਜੇਕਰ ਸੰਭਲ ਸਕਦਾ ਹੈ ਤਾਂ ਠੀਕ ਹੈ, ਨਹੀਂ ਤਾਂ ਤੇਰੀ ਜਗ੍ਹਾ ਲੈਣ ਲਈ ਬਹੁਤ ਸਾਰੇ ਯੋਗ ਕਤਾਰ ਵਿੱਚ ਹਨ, ਜੋ ਮੌਕਾ ਮਿਲਦੇ ਹੀ ਉਹਨਾਂ ਬੁਲੰਦੀਆਂ ਨੂੰ ਛੂਹ ਲੈਣਗੇ ਜਿਨ੍ਹਾਂ ਦੀ ਤੂੰ ਹਾਲੇ ਤੱਕ ਕਲਪਨਾ ਵੀ ਨਹੀਂ ਕਰ ਪਾਇਆ। ਗੁਰੂ ਤਾਂ ਹੁੰਦਾ ਹੀ ਦਇਆ ਦਾ ਸਾਗਰ ਹੈ ਅਤੇ ਸਾਗਰ ਨੂੰ ਸਿਸਕੀਆਂ ਦਾ ਤਾਪ ਮਿਲਿਆ ਨਹੀਂ ਕਿ ਪਿਘਲ ਜਾਏ। ਗੁਰੂ ਸਾਹਿਬ ਨੇ ਉਹ ਰਿੱਛ 200 ਰੁਪਏ ਵਿੱਚ ਖਰੀਦ ਲਿਆ ਅਤੇ ਆਪਣੇ ਕੋਲ ਰੱਖ ਲਿਆ। ਦੂਜੇ ਦਿਨ ਗੁਰੂ ਸਾਹਿਬ ਨੇ ਕੜਾਹ ਪ੍ਰਸਾਦ ਤਿਆਰ ਕਰਵਾਇਆ ਅਤੇ ਉਸਦੇ ਵਿੱਚੋਂ ਕੁਝ ਪ੍ਰਸਾਦ ਰਿੱਛ ਅੱਗੇ ਰੱਖਿਆ। ਪ੍ਰਸਾਦ ਖਾਂਦੇ ਹੀ ਰਿੱਛ ਦੀਆਂ ਅੱਖਾਂ ਪਲਟ ਗਈਆਂ, ਭਾਵ ਉਸਨੇ ਸਰੀਰ ਤਿਆਗ ਦਿੱਤਾ। ਗੁਰੂ ਜੀ ਨੇ ਆਪਣੇ ਸੇਵਕ ਨੂੰ ਰਿੱਛ ਜੂਨੀ 'ਚੋਂ ਮੁਕਤ ਕਰਕੇ ਕਲਿਆਣ ਕਰ ਦਿੱਤਾ। ਇਸ ਲਈ ਸਭ ਨੇ ਆਤਮ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਤੇ ਅਸੀਂ ਵੀ ਤਾਂ ਆਪਣੀ ਸੇਵਾ ਦੌਰਾਨ ਕਿਸੇ ਨੂੰ ਅਜਿਹੇ ਕੌੜੇ ਵਚਨ ਤਾਂ ਨਹੀਂ ਬੋਲ ਦਿੰਦੇ, ਕਿਤੇ ਅਸੀਂ ਵੀ ਸੇਵਾ ਨੂੰ ਗੁਰੂ ਦੀ ਚਾਕਰੀ ਦੀ ਥਾਂ ਆਪਣੀ ਠਾਕਰੀ ਤਾਂ ਨਹੀਂ ਸਮਝ ਲੈਂਦੇ। ਇਸ ਲਈ ਪਿਆਰੇ ਦੋਸਤੋ, ਇੱਥੇ ਜ਼ਰਾ ਵਿਚਾਰ ਕਰਕੇ ਦੇਖੋ, ਕਿਤੇ ਸਾਨੂੰ ਵੀ ਅੱਜ ਅਜਿਹਾ ਹੀ ਚਿੰਤਨ ਦੀ ਲੋੜ ਤਾਂ ਨਹੀਂ। ਜੇਕਰ ਹੈ ਤਾਂ ਫਿਰ ਦੇਰੀ ਨਾ ਕਰੋ, ਕਿਉਂਕਿ ਅਸੀਂ ਵੀ ਤਾਂ ਹਾਲੇ ਉਸੇ ਭਗਤੀ ਮਾਰਗ ਦੇ ਪਾਂਧੀ ਹਾਂ। ਉਮੀਦ ਹੈ ਕਿ ਤੁਸੀਂ ਗੁਰੂ ਮਹਾਰਾਜ ਜੀ ਦੀ ਸਾਖੀ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਜੇਕਰ ਗੁਰੂ ਮਹਾਰਾਜ ਜੀ ਦੀਆਂ ਹੋਰ ਸਾਖੀਆਂ ਇਸੇ ਤਰ੍ਹਾਂ ਦੀਆਂ ਸੁਣਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਦੋਸਤਾਂ ਨੂੰ ਸ਼ੇਅਰ ਕਰੋ। ਹੁਣ ਤੱਕ ਲਈ ਇੰਨਾ ਹੀ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।